ओम शांति सत श्री अकाल जी। मैं ਅਮਰਜੀਤ ਕੌਰ ਦੁਆ बैंकॉक थाईलैंड ਤੋਂ ਆਪ ਜੀ ਨੂੰ ਸਵਾਗਤ ਕਰਦੇ ਹਾਂ ਇਸ ਇੱਕ ਓਂਕਾਰ ਇੱਕ ਪਰਮਾਤਮਾ ਦੇ ਐਪੀਸੋਡਸ ਵਿੱਚ। ਅਸੀਂ ਰਲ ਕੇ ਸੰਗਠੀ ਰੂਪ ਵਿੱਚ ਸੰਗਤ ਰੂਪ ਵਿੱਚ ਗੁਰਬਾਣੀ ਵਿਚਾਰ ਕਰ ਰਹੇ ਹਾਂ। ਜਪਜੀ ਸਾਹਿਬ ਦਾ ਵਿਚਾਰ ਹੋ ਰਿਹਾ ਹੈ ਅਤੇ ਹੁਣ ਅਸੀਂ ਪਹਿਲੀ ਪੌੜੀ ਸਮਝ ਰਹੇ ਸਾਂ ਅਤੇ ਹੁਣ ਅਖੀਰਲਾ ਪੰਕਤੀ 'ਤੇ ਆ ਗਏ ਹਾਂ। ਪਹਿਲੀ ਪੌੜੀ ਇੱਕ ਵਾਰੀ ਪਹਿਲੀ ਪੌੜੀ ਨੂੰ ਰਿਵਾਈਜ਼ ਕਰਦੇ ਹਾਂ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਈ ਰਹਾ ਲਿਫਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਤੇ ਅੱਜ ਆਨਸਰ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ। ਪਿਛਲੇ ਐਪੀਸੋਡਸ ਵਿੱਚ ਗੁਰੂ ਨਾਨਕ ਦੇਵ ਜੀ ਨੇ ਇੱਕ ਪੁਆਇੰਟਸ ਨੂੰ ਟੱਚ ਕੀਤਾ ਕਿ ਇਸ਼ਨਾਨ ਕਰਨ ਦੇ ਨਾਲ ਮਨ ਦੀ ਅਵਸਥਾ ਸਾਫ਼ ਨਹੀਂ ਹੁੰਦੀ। ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ, ਚੁੱਪੇ ਚੁੱਪ ਨਾ ਹੋਵੇ। ਚੁੱਪ ਰਹਿਣ ਦੇ ਨਾਲ ਵੀ ਅਸੀਂ ਆਪਣਾ ਮਨ ਦੇ ਅਵਸਥਾ ਨੂੰ ਸਾਫ਼ ਨਹੀਂ ਰੱਖ ਸਕਦੇ। ਅਤੇ ਇਹ ਡਿਟੇਲ ਵਿੱਚ ਅਸੀਂ ਇੱਕ ਇੱਕ ਪੰਕਤੀ ਨੂੰ ਲੈ ਕੇ ਆਪਣੇ ਅੰਦਰ ਖੋਜ ਕੀਤੀ ਹੈ ਅਤੇ ਆਪਣੇ ਆਪ ਨੂੰ ਸਮਝਿਆ ਕਿ ਮੈਂ ਇਹ ਕਰ ਰਹੀ ਹਾਂ ਕਿ ਨਹੀਂ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ, ਮੇਰੇ ਅੰਦਰ ਕਿੰਨਾ ਭੁੱਖ ਹੈ ਅਤੇ ਉਸ ਭੁੱਖ ਨੂੰ ਕਿਵੇਂ ਮਿਟਾਉਣਾ ਹੈ, ਇਹ ਸਾਰਾ ਅਸੀਂ ਖੋਜ ਕੀਤਾ ਹੈ। ਆਪਣੇ ਆਪ ਨੂੰ ਅੰਦਰ ਜਾਂਚ ਕੀਤੀ ਹੈ, ਖੋਜ ਕੀਤੀ ਹੈ। ਅਤੇ ਹੁਣ ਫਿਰ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇਹ ਵੀ ਜੋ ਅਸੀਂ ਸਮਝਦੇ ਹਾਂ ਕਿ ਅਸੀਂ ਸਿਆਣਾ ਹਾਂ, ਉਹ ਸਿਆਣਾ ਗੁਰੂ ਕਹਿੰਦਾ ਸਾਨੂੰ ਕਿਧਰੇ ਨਹੀਂ ਲੈ ਕੇ ਜਾਏਗਾ। ਦੁਨਿਆਵੀ ਸਿਆਣਪ ਸਾਨੂੰ ਅੱਗਾਂ ਉਸ ਦਰਗਾਹ ਵਿੱਚ ਉਸਦੀ ਦਰਗਾਹ ਵਿੱਚ ਉਸਦੀ ਦਰਬਾਰ ਵਿੱਚ ਕੋਈ ਕੰਮ ਨਹੀਂ ਕਰੇਗੀ। ਸਿੰਪਲ ਪਿਆਰ, ਜਿਵੇਂ ਭਗਤ ਧੰਨਾ ਸਨ, ਪੱਥਰ ਨੂੰ ਹੀ ਦੁੱਧ ਪਿਆਉਂਦੇ ਸਨ, ਪੱਥਰ ਨੂੰ ਰੱਬ ਸਮਝ ਕੇ ਦੁੱਧ ਪਿਆਉਂਦੇ ਸਨ। ਉਹਨਾਂ ਦੇ ਵਿੱਚ ਫੇਥ ਇੰਨਾ ਸੀ ਕਿ ਪਿਆਰ ਦੀ ਗੱਲ ਸੀ। ਉਸ ਦੇ ਵਿੱਚ ਸਿਆਣਪ, ਦੁਨਿਆਵੀ ਸਿਆਣਪ ਕੋਈ ਨਹੀਂ ਸੀ, ਪਰ ਪਿਆਰ ਸੀ, ਸ਼ਰਧਾ ਸੀ, ਫੇਥ ਸੀ ਹਾਈ, ਔਰ ਸੱਚਾਈ ਸੀ। ਅਤੇ ਉਹੀ ਉਹ ਗੱਲ ਉਹਨਾਂ ਨੂੰ ਤਾੜ ਦਿੱਤਾ, ਮਤਲਬ ਉਹ ਭਗਤ ਬਣ ਗਏ, ਮਤਲਬ ਉਹ ਸਫਲ ਕਰ ਲਿਆ। ਅਤੇ ਇਸੇ ਤਰ੍ਹਾਂ ਅਸੀਂ ਵੀ ਸੱਚੀ ਸਿਆਣਪ ਸਮਝਾਂਗੇ ਅਤੇ ਫਿਰ ਅਸੀਂ ਵੀ ਸੱਚਿਆਰ ਬਣਾਂਗੇ ਅਤੇ ਕੂੜ ਤੋਂ ਉੱਤੇ ਚਲਾਂਗੇ। ਆਓ ਇਹ ਪੰਕਤੀ ਨੂੰ ਦੇਖੀਏ ਜੋ ਅਸੀਂ ਅੱਜ ਵਿਚਾਰ ਕਰਨ ਚੱਲੇ ਹਾਂ। ਇੱਕ ਇੱਕ ਪੰਕਤੀ ਨੂੰ ਅਸੀਂ ਰੋਜ਼ ਵਿਚਾਰ ਕਰ ਰਹੇ ਹਾਂ। ਟੁਰਾਂਗੇ ਇਕੱਠੇ, ਸਾਂਝ ਸੰਗਤ ਰੂਪ ਵਿੱਚ ਇਕੱਠੇ ਸਮਝਣਾ, ਬਹਿ ਕੇ ਟਾਈਮ ਕੱਢਣਾ ਸੌਖਾ ਹੈ। ਇਕੱਲੇ ਬਹਿ ਕੇ ਰੱਬ ਨੂੰ ਯਾਦ ਕਰਨਾ ਥੋੜ੍ਹਾ ਮੁਸ਼ਕਿਲ ਹੈ। ਇਸ ਵਾਸਤੇ ਹਮੇਸ਼ਾ ਸੰਗਤ ਦੀ ਗੱਲ ਹੁੰਦੀ ਹੈ ਅਤੇ ਸੰਗਤ ਵਿੱਚ ਹੀ ਅਸੀਂ ਬੈਠੇ ਹਾਂ। ਮੈਂ ਅਤੇ ਆਪ ਜੀ ਰਲ ਕੇ ਅਸੀਂ ਉਸ ਨੂੰ ਯਾਦ ਕਰ ਰਹੇ ਹਾਂ। ਇੰਗਲਿਸ਼ ਟਰਾਂਸਲੇਸ਼ਨ ਜੋ ਬਹੁਤ ਗਹਿਰਾ ਰੂਪ ਵਿੱਚ ਪੋਇਟਰੀ ਵਿੱਚ ਨਿਕਲੀ, ਉਸ ਨੂੰ ਵੀ ਪੜ੍ਹਾਂਗੇ। ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ। ਇਹ ਆਨਸਰ ਹੈ ਜੋ ਸਵਾਲ ਸੀ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਔਰ ਉਹ ਉਸ ਕਿਵ ਸਚਿਆਰਾ ਹੋਈਏ ਦਾ ਕੁਐਸਚਨ ਸੀ, ਹਾਊ ਟੂ ਬੀ ਟਰੂਥ, ਟੂ ਬੀ ਵਨ ਵਿਦਾਊਟ ਡਿਵਿਜ਼ਨਸ, ਹਾਊ ਟੂ ਬ੍ਰੇਕ down these enormously strengthened walls of worldly conditions and illusions। और ਇਹ ਆਨਸਰ ਹੈ, ਮਤਲਬ ਕਿ ਜੋ ਅਸੀਂ ਬਹੁਤ ਗਹਿਰਾਈ ਵਿੱਚ ਪਿਛਲੀ ਵਾਰੀ ਖੋਜਿਆ ਕਿ ਮੈਂ ਕਿਵੇਂ ਸੱਚਿਆਰ ਬਣਨਾ, ਕਿਵੇਂ ਬਣਨਾ ਚਾਹੁੰਦੀ ਹਾਂ, ਅਤੇ ਉਸ ਸਵਾਲ ਦੇ ਨਾਲ ਮੈਂ ਆਪ ਜੀ ਨੂੰ ਛੱਡਿਆ ਸੀ ਅਤੇ ਆਪ ਜੀ ਨੇ ਜ਼ਰੂਰ ਖੋਜ ਕੀਤਾ ਹੋਏਗਾ ਕਿ ਕਿਵੇਂ ਮੈਂ ਸੱਚਿਆਰ ਬਣਾ, ਕਿਵੇਂ ਮੈਂ ਇਸ ਕੂੜ ਨੂੰ ਸਮਝਾਂ ਕਿ ਕੀ ਕੂੜ ਹੈ ਅਤੇ ਕੀ ਸੱਤ ਹੈ। ਉਸ ਨੂੰ ਪਰਖਣੇ ਦੀ ਸ਼ਕਤੀ ਵੀ ਉਸ ਅਕਾਲ ਪੁਰਖ ਤੋਂ ਹੀ ਲੈਣਾ ਹੈ। ਅਤੇ ਅੱਜ ਅਸੀਂ ਲਾਸਟ ਪੰਕਤੀ ਪਹਿਲੀ ਪੌੜੀ ਦਾ ਸਮਝਦੇ ਹਾਂ।
ਹੁਕਮ ਰਜ਼ਾਈ ਚਲਨਾ ਨਾਨਕ ਲਿਖਿਆ ਨਾਲ flow along with life like the rivers that flow into the ocean. Be the dance, not the dancer, twirling, swirling in total unison. Just like the planets spin, the night sets, the day begins. The sun shines, yet its strong glare blinds. The birds rise at dawn and rest at dusk. I breathe and live. Such amazing mysteries continuously taking place. A higher hand, His grace, His order controls the place. बहुत खूबसूरत ਦੇ ਨਾਲ ਸਮਝ ਰਹੇ ਕਿ ਹੁਕਮ ਨੂੰ ਸਮਝਣਾ ਹੈ, ਹੁਕਮ ਰਜ਼ਾਈ ਚੱਲਣਾ, ਹੁਕਮ ਦੇ ਵਿੱਚ ਚੱਲਣਾ। ਤੇ ਹੁਕਮ ਕੀ ਹੈ ਇਸ ਪੰਕਤੀ ਦੇ ਵਿੱਚ? ਸਿੰਪਲ ਜਿਹਾ ਹੁਕਮ ਰਜ਼ਾਈ ਚੱਲਣਾ, ਸਿਰਫ ਚੱਲਣਾ ਹੈ। जो हो रहा है वो हो रहा है। सूरज चढ़ रहा है, सूरज उत्तर, सनसेट हो रही है, सितारे हैं, चंद्रमा है, जो हो रहे है सारे नेचर जो चल रहा है उसनों वेख के असी भी चलना है। लहरें पानी दियाँ उछल के आउंदी है फिर जाती है, असी भी इस तरह ही मतलब अपने आप नूं ਇਹ ਦੁਨੀਆ ਦੇ ਨਾਲ ਫੀਲ ਕਰਨਾ ਹੈ। ਫਲੋ ਅਸੀਂ ਕੀ ਕਰਨਾ ਹੈ ਜ਼ਿੰਦਗੀ ਵਿੱਚ? ਅਸੀਂ ਫਲੋ ਵਿੱਚ ਨਹੀਂ ਰਹਿੰਦੇ। ਇਹ ਤੇ ਹੁਕਮ ਇੱਕ ਫਲੋ ਹੈ, ਇੱਕ ਡਾਂਸ ਹੈ, ਇੱਕ ਖੁਸ਼ੀ ਹੈ। ਤੇ ਹਮੇਸ਼ਾ ਅਸੀਂ ਚੈੱਕ ਕਰ ਸਕਦੇ ਹਾਂ ਕਿ ਅਸੀਂ ਖੁਸ਼ ਹਾਂ ਕਿ ਨਹੀਂ। ਜੇ ਅਸੀਂ ਖੁਸ਼ ਹਾਂ ਤੇ ਇਹਦਾ ਮਤਲਬ ਸਾਡਾ ਫਲੋ ਠੀਕ ਹੈ। ਜੇ ਅਸੀਂ ਖੁਸ਼ ਨਹੀਂ ਹੈ ਇਹਦਾ ਮਤਲਬ ਸਾਡਾ ਫਲੋ ठीक नहीं है। तो जब फ्लो ठीक नहीं है तो फिर चैकिंग करना पेगा। तो इस अपने आप नूं जदों असी आत्मा समझांगे तो सारियां नूं भी अज असी वेखांगे कि मैं ही आत्मा नहीं बल्कि आप भी आत्मा, आप भी मेरे आस पास मेरे भाई बहन भैन भरा माँ प्यो दादा दादी बच्चे मेरे पोता पोती दोतरा दोती सब अंकल आंटी पुआ फुफड़ चाची सब आत्माएं ने। ये बड़ी वड्डी गल है। एक मिनट वास्ते अपने आप नूं आत्मा वेख के उस अकाल पुरख नूं भी आत्मा देख के पहचानना मिलना मन दे विच। ते दुनिया विच हर एक इंसान नूं चमकती सितारा आत्मा देखना है। मन दे विच एक एक जीव नूं आत्मा देखना है। असी सारे इक्को जिहे ज्योति बिंदु चमकती सितारे आत्मा इस सृष्टि पर खेड खेडने आए हैं। ते क्यों ना प्यार विच खेडिए, खुशी विच खेडिए, शांति विच खेडिए। जद असी फ्लो विच रवांगे, जद असी एक दूजे नूं आत्मा वेखांगे फिर असी यकीनन फ्लो विच रवांगे। फिर असी किसी दा कुछ खिलाफ नहीं करांगे। जो हो रहा है चल रहा है। मैं कौन कहने वाली कि इस तरह नहीं करना चाहिए, उस तरह नहीं करना चाहिए, इस तरह शुड कुड असी बोलने हैं ना, ज़रूरत ही नहीं है। फ्लो विच चलती जाए, चल रहा है। हुक्म रजाई चलना नानक लिखिया नाल। इत्थे फिर नानक वर्ड जो है वो जिवें तुर की बाणी है ना, गुरु नानक औंकड़ भी नहीं लगाया, मतलब फॉर एवर स्टेज विच बोलते हैं कि जिवें कि परमात्मा दी वचन है हुक्म रजाई चलना नानक लिखिया नाल। गुरु नानक देव जी मैसेंजर सन। वो अकाल पुरख ने उन्होंने भेजिया एक संदेश के नाल। तो जपजी साहब के रूप विच मूल मंत्र स्पेशली वाले पहली पौड़ी वगैरह मेन क्रीम जो है वो मूल रूप विच निकल लिया उस तुर की बाणी। तो नानक इत्थे वर्ड
ਉਹ ਦਿਖਾਉਂਦੀ ਹੈ ਕਿ ਇਹ ਫੋਰਐਵਰ ਵਾਲਾ ਨਾਨਕ ਹੈ, ਨਾ ਕਿ ਗੁਰੂ ਨਾਨਕ ਐਜ਼ ਦ ਨੇਮ। ਉਹ ਇਹ ਸਤਨਾਮ ਵਾਲਾ ਨਾਨਕ ਹੈ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਲਿਖਿਆ, ਇਹ ਲਿਖਿਆ ਵਰਡ ਬਹੁਤ ਇੰਪੋਰਟੈਂਟ ਹੈ। ਸਾਰਾ ਕੁਝ ਲਿਖਿਆ ਹੈ। ਕਈ ਵਾਰੀ ਅਸੀਂ ਸੋਚਦੇ ਹਾਂ ਸਾਰਾ ਕੁਝ ਲਿਖਿਆ ਹੈ ਤੇ ਅਸੀਂ ਕਰਨਾ ਕੀ ਹੈ? ਐਕਟਿੰਗ ਕਰਨਾ ਹੈ। ਜਿਵੇਂ ਤੁਸੀਂ ਮੈਂ ਹਮੇਸ਼ਾ ਐਕਟਿੰਗ ਦੀ ਗੱਲ ਕਰਨੀ ਹੈ ਕਿਉਂਕਿ ਅਸੀਂ ਹੈ ਹੀ ਐਕਟਰ। ਇਹ ਡਰਾਮਾ ਖੇਡ ਹੈ ਤੇ ਇਸ ਵਾਸਤੇ ਸ਼ਾਇਦ ਸਾਨੂੰ ਪਿਕਚਰ ਦੇਖਣਾ, ਮੂਵੀਜ਼ ਦੇਖਣਾ ਵੀ ਅੱਛਾ ਲੱਗਦਾ ਹੈ। ਤੇ ਮੂਵੀਜ਼ ਔਰ ਪਿਕਚਰਸ ਦੀ ਡਰਾਮਾ ਵਿੱਚ ਇਸੀ ਕਲਯੁਗ ਵਿੱਚ ਜ਼ਿਆਦਾ ਰੋਲ ਹੈ। ਕਲਯੁਗ ਤੋਂ ਪਹਿਲਾਂ ਇੰਨੇ ਪਿਕਚਰਸ ਕਿੱਥੇ ਸਨ, ਮੂਵੀਜ਼ ਕਿੱਥੇ ਸਨ, ਟੈਲੀਵਿਜ਼ਨ ਕਿੱਥੇ ਸੀ? ਹੈ ਹੀ ਨਹੀਂ ਸਨ। ਤਾਂ ਇੰਨਾ ਰੋਲ ਨਹੀਂ ਸੀ ਉਦੋਂ, ਤਾਂ ਸਿਰਫ ਸਟੇਜ ਸੀ, ਡਰਾਮਾ, ਐਕਟਿੰਗ ਲਾਈਵ। ਹੁਣ ਤੇ ਸੀਡੀਜ਼, ਮੂਵੀਜ਼, ਇਹਦੇ ਵਿੱਚ ਸਾਰੇ ਅਸੀਂ ਦੇਖ ਸਕਦੇ ਹਾਂ। ਪਰ ਇਹ ਸਾਨੂੰ ਅੱਛੀ ਯਾਦ ਦਿਲਾਉਂਦੀ ਹੈ ਕਿ ਅਸੀਂ ਅਲੱਗ ਹਾਂ, ਕਿਉਂਕਿ ਉਹਦੇ ਵਿੱਚ ਜਿਹੜਾ ਹੈ ਉਹ ਜੋ ਵੀ ਹੋ ਰਿਹਾ ਹੈ ਉਹ ਡਰਾਮਾ ਲਿਖਿਆ ਹੈ। ਡਾਇਰੈਕਟਰ ਨੇ ਸਕ੍ਰਿਪਟ ਲਿਖਿਆ, ਉਸੇ ਹਿਸਾਬ ਨਾਲ ਅਸੀਂ ਐਕਟਿੰਗ ਕਰਦੇ ਹਾਂ। ਉਸ ਤੋਂ ਅਲੱਗ ਤੋਂ ਐਕਟਿੰਗ ਕਰੇਗਾ। ਜਿਸ ਤਰ੍ਹਾਂ ਡਾਇਲੋਗ ਲਿਖਿਆ ਉਸ ਤਰ੍ਹਾਂ ਹੀ ਮੂਵੀ ਵਿੱਚ ਬੋਲਦੇ ਨੇ, ਤਦ ਦੀ ਮੂਵੀ ਸਕਸੈਸਫੁਲ ਹੁੰਦੀ, ਅੰਤ ਹੁੰਦੀ, ਫਿਰ ਚਲਦੀ ਹੈ। ਇਸੇ ਤਰ੍ਹਾਂ ਅਸੀਂ ਜਾਣਦੇ ਨਹੀਂ, ਲੇਕਿਨ ਇੱਕ ਇੱਕ ਸ਼ਬਦ, ਇੱਕ ਇੱਕ ਖਿਆਲ, ਇੱਕ ਇੱਕ ਸੋਚ ਜੋ ਅਸੀਂ ਕਰ ਰਹੇ ਹਾਂ, ਇਹ ਲਿਖਿਆ ਹੈ। ਤੇ ਉਸੇ ਹਿਸਾਬ ਨਾਲ ਅਸੀਂ ਚੱਲ ਰਹੇ ਹਾਂ। ਇਸ ਵਾਸਤੇ ਲੋਕ ਕਹਿੰਦੇ ਨੇ ਇੱਕ ਪੱਤਾ ਨਹੀਂ ਹਿਲਦਾ ਉਸ ਪਰਮਾਤਮਾ ਦੇ ਹੁਕਮ ਤੋਂ ਬਿਨਾਂ। ਮਤਲਬ ਲਿਖਿਆ ਦੀ ਗੱਲ ਹੈ। ਇਹ ਨਹੀਂ ਕਿ ਪਰਮਾਤਮਾ ਕਹਿੰਦਾ ਹਿਲੋ ਤਾਂ ਹਿਲਾਂਗੇ, ਇਹ ਗੱਲ ਨਹੀਂ। ਆਤਮਾ ਜੀਵ ਸ਼ਕਤੀ ਹੈ, ਪਰਮਾਤਮਾ ਜੀਵ ਸ਼ਕਤੀ ਹੈ। ਅਸੀਂ ਅਲੱਗ ਅਲੱਗ ਹਾਂ ਪਰ ਇੱਕ ਜੈਸਾ ਹੈ। ਜੈਸੇ ਪੁੱਤਰ ਪਿਓ ਵਰਗਾ ਹੈ, ਮੈਂ ਆਤਮਾ ਪਰਮਾਤਮਾ ਵਰਗਾ ਹੈ। ਮੈਂ ਪਰਮਾਤਮਾ ਨਹੀਂ ਹਾਂ, ਕਿਉਂਕਿ ਅਗਰ ਮੈਂ ਪਰਮ ਆਤਮਾ ਹਾਂ ਤਾਂ ਫਿਰ ਮੈਨੂੰ ਦੁੱਖ ਕਿਉਂ? ਤੇ ਫਿਰ ਮੈਂ ਤਾਂ ਉਹ ਇੱਕ ਹੈ, ਉਹ ਅਲੱਗ ਵੀ ਨਹੀਂ, ਮੈਨੀ ਵੀ ਨਹੀਂ, ਜ਼ਿਆਦਾ ਵੀ ਨਹੀਂ, ਇੱਕ ਹੈ। ਅਸੀਂ ਅਲੱਗ ਅਲੱਗ ਹਾਂ ਤੇ ਅਸੀਂ ਸਾਰੇ ਉਸਦੇ ਬੱਚੇ ਤੇ ਅਸੀਂ ਸਾਰੇ ਖੇਡ ਰਹੇ ਹਾਂ ਤੇ ਉਸ ਲਿਖਿਆਂ ਦੇ ਵਿੱਚ ਖੇਡ ਰਹੇ, ਉਸ ਪਾਣਾ ਦੇ ਵਿੱਚ ਖੇਡ ਰਹੇ। ਇਸ ਵਾਸਤੇ ਜੀਸਸ ਨੇ ਵੀ ਕਿਹਾ thy will be done, will ਲਿਖਿਆ। ਇਸ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਵੀ ਤੱਤੀ ਤਵਾ ਉੱਤੇ ਬੈਠ ਕੇ, ਹਾਲਾਤ ਇਤਨੇ ਬੁਰੇ थे फिर भी बोला तेरा पाना मीठा लागे। पाना लिखਿਆ, ਪਾਣਾ ਹੁਕਮ, ਪਾਣਾ। ਅਸੀਂ ਉਸ ਪਾਣੇ ਦੇ ਵਿੱਚ, ਉਸ ਹੁਕਮ ਦੇ ਵਿੱਚ, ਉਸ ਲਿਖਿਆ ਦੇ ਵਿੱਚ ਚੱਲਣਾ ਹੈ। ਕੀ ਅਸੀਂ ਕਹਿ ਸਕਦੇ ਹਾਂ ਕਿ ਸੂਰਜ ਅੱਜ ਨਾ ਚੜ੍ਹੇ? ਹੁਕਮ ਹੈ, ਲਿਖਿਆ ਹੈ। सूरज चढ़ेगी, डूबेगी, धरती घूमेगी, लिखिया है, हुक्म है, चल रही है। असी भी इसी तरह चलना है। सब कुछ हो रहा है। अगर कोई गलती कर रहा है, कुछ हो रहा है, सानू सता रहा है, जिंदगी सानू तंग कर रहे, हो रहा है, कोई गल नहीं। ये सीन है, ये ड्रामाबाजी चाहिए ना। ड्रामा नू मसालेदार बनाने वास्ते ਅਸੀਂ ਪਸੰਦ ਕਰਦੇ ਨਾ ਮਸਾਲੇਦਾਰ ਮੂਵੀਜ਼ ਵਗੈਰਾ। ਇਸੇ ਤਰ੍ਹਾਂ ਸਾਡਾ ਵੀ ਜ਼ਿੰਦਗੀ ਮਸਾਲੇਦਾਰ ਹੈ। ਕੀ ਤੁਸੀਂ ਪਿਕਚਰ ਵੇਖਣਾ ਚਾਹੋਗੇ ਜੇ ਸਵੇਰੇ ਕੋਈ ਬਰਸ਼ ਕਰ ਰਿਹਾ ਹੈ, ਫਿਰ ਕੰਮ ਕਰਨ ਚੱਲ ਰਿਹਾ, ਫਿਰ ਆ ਕੇ ਖਾਣਾ ਖਾ ਰਿਹਾ ਤੇ ਫਿਰ ਸੋ ਰਿਹਾ ਤੇ ਉਧਰ ਡਾਂਸਿੰਗ ਹੈ ਤੇ ਉਹ ਕੀਤਾ ਤੇ ਇਹ ਕੀਤਾ, ਪਰ ਕੋਈ ਮਸਾਲਾ ਨਹੀਂ, ਸਾਨੂੰ ਵੀ ਉਹ ਪਿਕਚਰ ਬੋਰਿੰਗ ਲੱਗੇਗੀ। ਸਾਨੂੰ ਪਸੰਦ ਹੈ ਇਸ ਤਰ੍ਹਾਂ ਕੋਈ ਈਵਲ ਆਏ, ਕੋਈ ਬੁਰਾ ਬੋਲੇ, ਉਸਨੂੰ ਕੋਈ ਡਾਂਟੇ, ਉਸਨੂੰ ਕੋਈ ਗੁੱਸਾ ਕਰੇ, ਉਸਨੂੰ ਕੋਈ ਫੀਲ ਕਰੇ, ਉਹ ਰੋਏ, ਉਹ ਤੜਪੇ। ਸਾਨੂੰ ਇਸ ਤਰ੍ਹਾਂ ਮਸਾਲੇਦਾਰ ਡਰਾਮਾ ਪਸੰਦ ਹੈ। ਸਾਡੀ ਜ਼ਿੰਦਗੀ ਵੀ ਇਸੇ ਵਾਸਤੇ ਸ਼ਾਇਦ ਮਸਾਲੇਦਾਰ ਬਣ ਗਈ ਹੈ। ਇਸ ਵਾਸਤੇ ਰੋਣਾ ਪਿੱਟਣਾ ਜਾਂ ਫਾਈਟਿੰਗ ਵਾਲੇ ਪਿਕਚਰ ਜ਼ਿਆਦਾ ਮਤ ਦੇਖੋ, ਉਹ ਮਨ 'ਤੇ ਅਸਰ ਕਰਦੀ ਹੈ। ਫਿਰ ਸਾਰੀ ਜ਼ਿੰਦਗੀ ਵੀ ਉਸ ਤਰ੍ਹਾਂ ਹੀ ਫਾਈਟਿੰਗ ਵਾਲੀ ਤੇ ਹੋ ਜਾਏਗੀ।
बहुत ध्यान रखना पेगा कि ये जिहड़ी आत्मा है की वेख रही है, क्योंकि जे मैं फाइटिंग देखिया, जे मैं गुस्सा देखिया, जे मैं क्रोध देखिया तो वो मेरे अंदर चली गई, फिर वो बाहर निकलेगी, क्योंकि आत्मा रिकॉर्डर है, इनपुट है। जो इनसाइड चली गई वो बाहर ज़रूर आएगी। इस वास्ते ध्यान रखना कि अंदर की पानी है। मेरा पांडा काला है, काला पानी नाल भरिया है। मैं आत्मा ਦੇ ਵਿੱਚ, मेरी सोच ਦੇ ਵਿੱਚ, मेरी ਮੈਮੋਰੀਜ਼ ਦੇ ਵਿੱਚ, ਸੰਸਕਾਰ ਦੇ ਵਿੱਚ ਗੰਦਗੀ ਭਰੀ ਹੋਈ ਹੈ। ਉਸ ਨੂੰ ਮੈਂ ਕਿਵੇਂ ਖਾਲੀ ਕਰਾਂ? ਮੈਂ ਉਲਟਾ ਤੇ ਨਹੀਂ ਕਰ ਸਕਦੀ, ਉਸ ਨੂੰ ਸੁੱਟ ਨਹੀਂ ਸਕਦੀ, ਉਸ ਨੂੰ ਨਿਕਾਲ ਨਹੀਂ ਸਕਦੀ। ਇੰਜ ਟਿਕ ਗਿਆ ਸੰਸਕਾਰ ਮਨ ਦੇ ਵਿੱਚ, ਹੈਬਿਟਸ, ਪਰਸਨੈਲਿਟੀ ਬਣ ਗਈ ਹੈ, ਕੈਰੈਕਟਰ ਬਣ ਗਿਆ। ਉਸ ਨੂੰ ਮੈਂ ਚੇਂਜ ਕਿਵੇਂ ਕਰਾਂ? ਅਸੀਂ ਸ਼ੁੱਧ ਗਿਆਨ, ਸ਼ੁੱਧ सोच, अकाल पुरख के नाल सिमरन, ये सारा शुद्धता पावन पावांगे विच, अपने पांडे दे विच, अपने मन दे विच, ते फिर गंदगी अपने आप डुलेगी। जिवें गंदा पानी असी ग्लास भर के रखिए तो उसनों असी उल्टा ना करिए, वो गंदगी किवें कड्डांगे? साफ पानी पाई जाओ तो गंदगी उत्ते आएगी, तो वो गंदगी निकल जाएगी। इसे तरह असी भी अपने मन नूं रब्बी बाणी दे नाल, रब दी याद दे नाल, रब्बी बाणी की कह रही? रब्बी बाणी कह रही कि रब नूं याद कर। तो इस वास्ते सीधा रब दी याद, सिमरन, नाम, उसका नाम लेना, मन दे विच उसनूं याद करना, उस दे नाल इकमिक होके मिलना, उस कोलों शक्ति लेना, करंट लेना, उस दे कोलों किरने लैनी, वो अपने अंदर भरना। ये जो असी करांगे फिर असी फ्लो विच चल पावांगे, फिर असी उस लिखिया नूं समझांगे। नहीं तो असी उस लिखिया नूं नहीं समझ पावांगे, उस दी फ्लो विच नहीं चल पावांगे, तो फिर असी किवें सचियारा बनांगे? तो फिर किवें कूड़ नूं किवें खत्म करांगे? तो ये दो सवाल ने जपजी साहिब दे विच, किव सचियारा होइए, किव कूड़े टुट्टे पाल। तो ये दो सवाल, फर्स्ट टू क्वेश्चंस पोज्ड इन द एंटायर गुरु ग्रंथ साहब, जपजी साहब विच आउंदी है। इस दो सवाल गुरु नानक देव जी ने कीती है अकाल पुरख दे नाल, साढ़े वास्ते। असी कर रहे हैं अपने आप, अपने मालक दे नाल, ते असी कर रहे हैं अकाल पुरख दे नाल ये सवाल। ते अगों पंक्तियां इस हुक्म दे बारे दसेगी कि किवें असी हुक्म रजाई चलना, नानक लिखिया नाल, इस दे उत्ते असी किवें फॉलो करांगे, अमल करांगे। आप जी नूं थैंक यू। इस एक ओंकार एक परमात्मा दी एपीसोड विच मिले हाँ, ते फिर अगली कड़ी विच फिर मिलते हैं। ओम शांति, सत श्री अकाल जी।